ਮਨ ਦੇ ਵਿੱਚ ਵਿਚਾਰ ਇੱਕੋ ਹੀ ਆਉਂਦਾ ਵਾ ਕਿ ਜੇ ਨੇਪਾਲ ਦੇ ਵਿੱਚ ਪੈਂਦੀ ਆ ਭੁਚਾਲ ਆਉਂਦਾ ਵਾ ਉੱਥੇ ਸਿੱਖ ਜਾਂਦਾ, ਜੇ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਵੀ ਆਫਤ ਆਉਂਦੀ ਉੱਥੇ ਸਿੱਖ ਜਾਂਦਾ, ਜੇ ਬਾਹਰਲੇ ਪ੍ਰਾਂਤਾਂ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਉੱਥੇ ਸਿੱਖ ਜਾਂਦਾ। ਇਹ ਤਾਂ ਸਾਡੇ ਉੱਤੇ ਆਫਤ ਆਈ, ਸਾਡੇ ਆਪਣੇ ਉੱਤੇ, ਅਸੀਂ ਖੁਦ ਕਿਸਾਨ ਹਾਂ, ਸਾਡੇ ਉੱਤੇ ਆਫਤ ਆਈ ਹੈ ਤੇ ਅਸੀਂ ਕਿਉਂ ਨਾ ਜਾਈਏ। ਜਰਨੈਲ ਸੋਹਣੀ ਕਹਿੰਦੇ ਹੁੰਦੇ ਸੀ ਕਿ ਇਹ ਜਿਹੜੀ ਸਰਕਾਰ ਸਾਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਆ ਕਿ ਨਹੀਂ ਰੱਖਣਾ ਚਾਹੁੰਦੀ। ਉਹ ਫੇਰ ਦੌਰ ਆ ਗਿਆ ਜੀ, ਜਿਹੜੇ ਤਰੀਕੇ ਨਾਲ ਭਾੜ ਪਈ ਆ ਸਿੱਖ ਤੇ ਉਸੇ ਤਰੀਕੇ ਨਾਲ ਸਿੱਖ ਕੌਮ ਨੇ ਅਗਲੇ ਪਾਸੇ ਝੱਲਿਆ ਵਾ ਤੇ ਮੂੰਹ ਤੋੜ ਜਵਾਬ ਦਿੱਤਾ ਵਾ। ਤੇ ਵੇਖੋ ਇਸ ਵਾਰ ਵੀ ਕੀ ਨਾਂ ਦਾ ਸਾਨੂੰ ਇੱਕ ਹਾਸਾ ਆਉਂਦਾ ਕਿ ਉਹਨਾਂ ਨੂੰ ਪੰਗਾ ਕਿਹਨਾਂ ਲੈ ਲਿਆ। ਉਹਨੇ ਵੱਡੇ ਤੋਂ ਵੱਡੇ ਸਿਆਸਤਦਾਨ ਸਿੱਖ ਨੇ ਛੱਡਿਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਸਮਝ ਗਏ ਹੋਵੋਗੇ ਸਾਰੇ ਜਾਣੇ, ਵੱਡੇ ਤੋਂ ਵੱਡਾ ਸਿਆਸਤਦਾਨ ਨਹੀਂ ਛੱਡਿਆ। ਸੰਤ ਜਰਨੈਲ ਸੋਹਣੀ ਕਹਿੰਦੇ ਹੁੰਦੇ ਸੀ ਹੁਣ ਵੇਹਨੇ ਆ ਕਿ ਕੀ ਨਾਂ ਤਾਂ ਮੇਰੇ ਕੋਲ ਨਾ ਆਇਓ, ਕੀ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਤੇ ਮੇਰੇ ਕੋਲ ਨਾ ਆਇਓ, ਉੱਥੇ ਗੱਡੀ ਚੜਾ ਕੇ ਆਇਓ। ਚਾਹਣਾ ਦੇ ਇਸ ਤਰ੍ਹਾਂ ਚਾਹੀਦਾ ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਜੀ ਤੇ ਕੀ ਨਾ ਅੰਗ ਪਾੜੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉੱਥੇ ਕੁੱਟ ਅਧਮਾਇਆ ਕਰਦਾ। ਅਧਮਾਇਆ ਨਹੀਂ ਸੀ ਕਰਨਾ ਚਾਹੀਦਾ ਉਹਨੂੰ, ਉੱਥੇ ਸੋਧਾ ਲਾ ਜਾਣਾ ਚਾਹੀਦਾ। ਇੱਕ ਵਾਰੀ ਹਮਲਾ ਤੇ ਕਰਨ, ਇੱਕ ਸਿੱਖ ਕੌਮ ਜਵਾਬ ਦੇਣ ਲਈ ਹਰ ਵਕਤ ਤਿਆਰ ਹੁੰਦੀ ਆ ਤੇ ਗਾਂ ਵੀ ਤਿਆਰ ਹੋਏਗੀ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਜੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਆਰਡੀਐਸ ਬਿੱਲਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਜਾ ਰਿਹਾ ਹੈ, ਕਾਫੀ ਲੰਬੇ ਚਿਰ ਤੋਂ ਜਿਹੜਾ ਇਹ ਧਰਨਾ ਜਾਰੀ ਆ ਅਤੇ ਰੇਲਵੇ ਦੇ ਟਰੈਕ ਤੇ ਇਹ ਜਿਹੜਾ ਧਰਨਾ ਜਾਰੀ ਸੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ, ਸਿਆਸੀ ਪਾਰਟੀਆਂ ਵੱਲੋਂ ਜਿਹੜਾ ਇਹਨਾਂ ਦਾ ਸਮਰਥਨ ਕੀਤਾ ਗਿਆ। ਉੱਥੇ ਵੱਡੇ ਪੰਜਾਬੀ ਜਿਹੜੇ ਕਲਾਕਾਰ ਆ ਉਹਨਾਂ ਵੱਲੋਂ ਹੀ ਸਮਰਥਨ ਕੀਤਾ ਗਿਆ। ਅੱਜ ਅਸੀਂ ਇੱਥੇ ਪਹੁੰਚੇ ਹਾਂ ਦੇਵੀਦਾਸਪੁਰੇ ਵਿੱਚ, ਜਿੱਥੇ ਕਿ ਹਿੰਮਤ NGO ਵੱਲੋਂ ਇਹ ਜਿਹੜੇ ਸਾਡੇ ਕਿਸਾਨ ਭਾਈਚਾਰਾ ਜਿਹੜੇ ਬੈਠੇ ਨੇ, ਇਹਨਾਂ ਵਾਸਤੇ ਅੱਜ ਪਕੌੜਿਆਂ ਦਾ ਜਿਹੜਾ ਲੰਗਰ ਲੈ ਕੇ ਆਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇ ਮਨ 'ਚ ਵਿਚਾਰ ਆ। ਵੀਰ, ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ 'ਚ ਬਹੁਤ ਸਵਾਗਤ ਤੁਹਾਡਾ ਜੀ। ਧੰਨਵਾਦ ਜੀ। ਜਿਹੜੇ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਵੀ ਸੰਗਤ ਇਸ ਧਰਨੇ ਨੂੰ ਵੇਖ ਰਹੀ ਹੈ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ, ਕਿਸ ਤਰ੍ਹਾਂ ਤੁਹਾਡੇ ਮੋਟੀਵੇਟ, ਕਿਸ ਤਰ੍ਹਾਂ ਦਿਮਾਗ 'ਚ ਇਹ ਚੀਜ਼ ਆਈ ਵੀ ਇੱਥੇ ਕਿਸਾਨ ਜਿਹੜੇ ਬੈਠੇ ਨੇ ਇਹਨਾਂ ਵਾਸਤੇ ਜਿਹੜਾ ਇਹ ਲੰਗਰ ਜਿਹੜਾ ਜਾਂ ਰਸਤ ਜਿਹੜੀ ਆ ਤੁਸੀਂ ਹਰ ਸੇਵਾ ਲੈ ਕੇ ਆਉਂਦੇ, ਅੱਜ ਪਕੌੜਿਆਂ ਦਾ ਲੰਗਰ ਲੈ ਕੇ ਆਉਂ, ਕੀ ਤੁਸੀਂ ਸੋਚਿਆ ਮਨ ਵਿਚਾਰ? ਵੇਖੋ ਜੀ, ਮਨ ਦੇ ਵਿੱਚ ਵਿਚਾਰ ਇੱਕੋ ਹੀ ਆਉਂਦਾ ਵਾ ਕਿ ਜੇ ਨੇਪਾਲ ਦੇ ਵਿੱਚ ਪੈਂਦੀ ਆ ਭੁਚਾਲ ਆਉਂਦਾ ਵਾ ਉੱਥੇ ਸਿੱਖ ਜਾਂਦਾ, ਜੇ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਵੀ ਆਫਤ ਆਉਂਦੀ ਉੱਥੇ ਸਿੱਖ ਜਾਂਦਾ, ਜੇ ਬਾਹਰਲੇ ਪ੍ਰਾਂਤਾਂ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਉੱਥੇ ਸਿੱਖ ਜਾਂਦਾ। ਇਹ ਤਾਂ ਸਾਡੇ ਉੱਤੇ ਆਫਤ ਆਈ, ਸਾਡੇ ਆਪਣੇ ਉੱਤੇ, ਅਸੀਂ ਖੁਦ ਕਿਸਾਨ ਹਾਂ, ਸਾਡੇ ਉੱਤੇ ਆਫਤ ਆਈ ਹੈ ਤੇ ਅਸੀਂ ਕਿਉਂ ਨਾ ਜਾਈਏ। ਕਿਉਂਕਿ ਸਾਡਾ ਇਹ ਫਰਜ਼ ਬਣਦਾ, ਸਾਡਾ ਆਪਣਾ ਫਰਜ਼ ਬਣਦਾ, ਜਿਹੜੀ ਵੀ ਕਿਸਮ ਦੀ ਕੋਈ ਸੇਵਾ ਕਰਦਾ ਹੋਵੇ ਉਹ ਉਹੋ ਜਿਹੀ ਸੇਵਾ ਕਰਕੇ ਇਸ ਸਿੱਖ ਜਥੇਬੰਦੀ ਦਾ, ਇਸ ਕਿਸਾਨ ਜਥੇਬੰਦੀਆਂ ਦਾ ਹਿੱਸਾ ਬਣਨ ਤੇ ਉਹਨਾਂ ਨੂੰ ਕੀ ਨਾਂ ਦਾ ਕੁਝ ਨਾ ਕੁਝ ਰਸਤਾਂ, ਕੁਝ ਨਾ ਕੁਝ ਪੈਸੇ, ਕੁਝ ਨਾ ਕੁਝ ਅਮਾਊਂਟ ਕੀ ਨਾਂ ਦਾ ਇਹਨਾਂ ਨੂੰ ਪੁੱਜਦਾ ਕਰੇ। ਇਹਨਾਂ ਨੂੰ ਤੇ ਗੱਲ ਕਰੀਏ ਜਥੇਬੰਦੀਆਂ ਦੀ, ਜਿੱਥੇ ਕਿ ਸਰਕਾਰਾਂ ਵੱਲੋਂ ਜਿਹੜੇ ਕਿ ਸਾਡੇ ਤੇ ਜਿਹੜੇ ਇਹਨਾਂ ਕਿਸਾਨ ਵੀਰਾਂ ਜਿਹੜੇ ਬਿੱਲ ਪਾਸ ਕਰਕੇ ਜਿਹੜੇ ਇਕਾਨੀ ਜਿਹੜੇ ਬਿੱਲ ਬਣਾ ਦਿੱਤੇ ਗਏ, ਇਹਨਾਂ ਤੇ ਜਿਹੜੇ ਤਾਨਾਸ਼ਾਹੀ ਜਿਹੜੀ ਇਹਨਾਂ ਦੇ ਸਰਕਾਰ ਨੇ ਇਹਨਾਂ ਨੂੰ ਧੱਕੇ ਨਾਲ ਜਿਹੜੀ ਬਿੱਲ ਜਿਹੜੇ ਲਗਾ ਦਿੱਤੇ ਗਏ ਨੇ, ਕਾਨੂੰਨ ਜਿਹੜਾ ਬਣਾ ਦਿੱਤਾ ਗਿਆ। ਕੀ ਲੱਗਦਾ ਸਾਡਾ ਜਿਹੜਾ ਕਿਸਾਨ ਆ, ਅੰਨਦਾਤਾ ਵਾ, ਅੱਜ ਸੜਕਾਂ ਤੇ ਰੋਲਣ ਨੂੰ ਮਜਬੂਰ ਹੋ ਗਿਆ, ਰੇਲਵੇ ਟਰੈਕ ਤੇ ਤੁਰਨ ਨੂੰ ਮਜਬੂਰ ਹੋ ਗਿਆ? ਵੇਖੋ ਜੀ, ਜਦੋਂ ਵੀ ਸਿੱਖ ਕੌਮ ਤੇ ਆਫਤ ਪਈ ਆ, ਜਦੋਂ ਭਾੜ ਪਈ ਆ, ਉਸ ਸਮੇਂ ਉਹਨਾਂ ਨੇ ਗੁਰੂਆਂ ਨੂੰ ਨਹੀਂ ਸੀ ਛੱਡਿਆ। ਵੇਖੋ ਤੁਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬਹਿ ਗਏ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਭੇਟ ਕਰਤਾ। ਇਸੇ ਤਰੀਕੇ ਨਾਲ ਅਸੀਂ ਕਿਹਦੇ ਪਾਣੀ ਯਾਰ, ਉਹ ਤੇ ਸਾਡੇ ਗੁਰੂ ਸੀ ਤੇ ਸਾਨੂੰ ਇਹਨਾਂ ਜਿਹੜੇ ਵੀ ਕਿਸਮ ਦਾ ਇਹ ਸਾਡੇ ਤੋਂ ਚਾਹੁੰਦੇ ਆ, ਅਸੀਂ ਉਸੇ ਤਰੀਕੇ ਨਾਲ ਚੱਲਣ ਲਈ ਤਿਆਰ ਹਾਂ। ਸੰਤ ਜਰਨੈਲ ਸੋਹਣੀ ਕਹਿੰਦੇ ਹੁੰਦੇ ਸੀ ਕਿ ਜਿਹੜੀ ਸਰਕਾਰ ਸਾਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਆ ਕਿ ਨਹੀਂ ਰੱਖਣਾ ਚਾਹੁੰਦੀ। ਉਹ ਫੇਰ ਦੌਰ ਆ ਗਿਆ ਜੀ। ਇਹ ਗੱਲ ਯਾਦ ਰੱਖਿਓ, 1992-93 ਦਾ ਜਿਹੜਾ 91 ਤੋਂ ਲੈ ਕੇ 90 ਤੋਂ ਲੈ ਕੇ ਸਾਡੇ ਖੁਦ ਘਰ ਦੇ ਜੀ ਜਿਹੜੇ ਸ਼ਹੀਦ ਹੋਏ ਆ, ਸਾਡੇ ਭੂਆ ਦੇ ਪੁੱਤ ਸ਼ਹੀਦ ਹੋਏ, ਸਾਡੇ ਆਪਣੇ ਭਰਾ ਸ਼ਹੀਦ ਹੋਏ ਆ। ਤੇ ਉਹ ਦੌਰ ਅਸੀਂ ਛੋਟੇ ਹਾਂ, ਅਸੀਂ ਸੁਣਦੇ ਹੁੰਦੇ ਹਾਂ ਕਿ ਉਹ ਦੌਰ ਫੇਰ ਹੁਣ ਉਹੀ ਆ ਰਿਹਾ। ਨੌਜਵਾਨ ਸਾਰਾ ਸੜਕਾਂ ਤੇ ਆ ਗਿਆ ਜੀ।
ਤੇ ਹਾਲ ਉਹੀ ਹੋਣਾ ਜੇ ਜੋ ਕਿਉਂਕਿ ਇਫ ਯੂ ਵਾਂਟ ਪੀਸ ਯੂ ਵਿਲ ਪ੍ਰਪੇਅਰ ਫॉर ਵਾਰ। ਜੇ ਸ਼ਾਂਤੀ ਚਾਹੁੰਦੇ ਜੇ ਆਂਦੇ ਕਿਰਪਾਨ ਚੱਕ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਗਤੀ ਕਰਨ ਆਏ ਸੀ, ਪਰ ਜਦੋਂ ਬਾਹਰ ਹਾਹਾਕਾਰ ਦਾ ਕੀਨਾ ਵੇਖਿਆ ਕਿ ਬਾਹਰ ਤੇ ਹਾਹਾਕਾਰ ਮਚਿਆ ਜਾਂਦਾ, ਮੇਰੀ ਭਗਤੀ ਕਰਨ ਦਾ ਕੀ ਫਾਇਦਾ ਜੇ ਬਾਹਰ ਕੋਈ ਕੀਨਾ ਦੁਖੀ ਆ। ਉਹਨਾਂ ਨੇ ਫਿਰ ਭਗਤੀ ਛੱਡ ਕੇ, ਭਗਤੀ ਤੇ ਹੈਗੀ ਸੀ ਉਹਨਾਂ ਦੀ ਪਿਛਲੇ ਜਨਮ ਦੀ, ਤੇ ਉਹਨਾਂ ਨੇ ਫਿਰ ਕਿਰਪਾਨ ਚੱਕ ਲਈ ਸੀ। ਇਸੇ ਕਰਕੇ ਜਿਹੜੇ ਜਿਹੜੇ ਤਰੀਕੇ ਨਾਲ ਪਹਾੜ ਪਈ ਹੈ ਸਿੱਖ ਦੇ ਉੱਤੇ, ਜਿਹੜੇ ਤਰੀਕੇ ਨਾਲ ਪਹਾੜ ਪਈ ਹੈ ਸਿੱਖ ਤੇ, ਉਸੇ ਤਰੀਕੇ ਨਾਲ ਸਿੱਖ ਕੌਮ ਨੇ ਅਗਲੇ ਪਾਸੇ ਝੱਲਿਆ ਵਾ ਤੇ ਮੂੰਹ ਤੋੜ ਜਵਾਬ ਦਿੱਤਾ ਵਾ। ਤੇ ਵੇਖੋ ਇਸ ਵਾਰ ਵੀ ਕੀ ਨਾਂ ਦਾ ਸਾਨੂੰ ਇੱਕ ਹਾਸਾ ਆਉਂਦਾ ਕਿ ਉਹਨਾਂ ਨੂੰ ਪੰਗਾ ਕਿਹਨਾਂ ਲੈ ਲਿਆ ਉਹਨਾਂ ਨੇ। ਇਸੇ ਕਰਕੇ ਇਹ ਜਿਹੜਾ ਇਹ ਸਿੱਖ ਕੌਮ ਲਈ ਕੋਈ ਵੱਡੀ ਚੀਜ਼ ਨਹੀਂ ਆ। ਉੱਥੇ ਤੇ ਗੁਰੂਆਂ ਨਾਲ ਸਾਡੇ ਨਾਲ ਹੁੰਦਾ ਰਿਹਾ, ਤੇ ਇਹ ਕਾਹਦੇ ਪਾਣੀ ਯਾਰ। ਉਹਨੇ ਵੱਡੇ ਤੋਂ ਵੱਡੇ ਸਿਆਸਤਦਾਨ ਸਿੱਖ ਨੇ ਛੱਡਿਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਸਮਝ ਗਏ ਹੋਵੋਗੇ ਸਾਰੇ ਜਾਣੇ। ਵੱਡੇ ਤੋਂ ਵੱਡਾ ਸਿਆਸਤਦਾਨ ਨਹੀਂ ਛੱਡਿਆ ਉਹਨਾਂ ਨੇ। ਤੇ ਉਹਨਾਂ ਨੇ ਵੇਖੋ ਹੁਣ ਹੁਣ ਕਿਹੜਾ ਸੂਰਮਾ ਜਾਗਦਾ, ਕਿਹੜਾ ਕੋਈ ਅਣਖ ਜਾਗਦੀ ਕਿਸੇ ਸੂਰਮੇ ਦੀ। ਸੰਤ ਜਰਨੈਲ ਸੋਹਣੀ ਕਹਿੰਦੇ ਹੁੰਦੇ ਸੀ, ਹੁਣ ਵੇਹਨੇ ਆ ਕਿ ਕੀ ਨਾਂ ਤੇ ਮੇਰੇ ਕੋ ਨਾ ਆਇਓ, ਕੀ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਤੇ ਮੇਰੇ ਕੋ ਨਾ ਆਇਓ, ਉੱਥੇ ਗੱਡੀ ਚੜਾ ਕੇ ਆਇਓ। ਚਾਹ ਨਾ ਦੇ ਤਰ੍ਹਾਂ ਚਾਹੀਦਾ ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਜੀ ਤੇ ਕੀ ਨਾ ਅੰਗ ਪਾੜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉੱਥੇ ਕੁੱਟ ਅਧਮਾਇਆ ਨਹੀਂ ਸੀ ਕਰਨਾ ਚਾਹੀਦਾ ਉਹਨੂੰ, ਉੱਥੇ ਸੋਧਾ ਲਾ ਜਾਣਾ ਚਾਹੀਦਾ ਸੀ। ਇਸੇ ਕਰਕੇ ਜਦੋਂ ਭੀੜ ਪਈ ਹੈ ਸਿੱਖ ਕੌਮ ਤੇ, ਉਹ ਸਿੱਖ ਕੌਮ ਨੇ ਜਵਾਬ ਦਿੱਤਾ ਤੇ ਹੁਣ ਵੀ ਜਵਾਬ ਦੇ। ਗੱਲ ਕਰੀਏ ਕਿਸਾਨਾਂ ਦੀ, ਕਿਸਾਨ ਜਦੋਂ ਆਪਣਾ ਹੱਕ ਲੈਣ ਲਈ ਜਿਹੜੀ ਸੜਕਾਂ ਤੇ ਆਉਂਦਾ ਵਾ ਤੇ ਸਰਕਾਰਾਂ ਵੱਲੋਂ ਜਾਂ ਲੋਕਾਂ ਵੱਲੋਂ ਕਿਹਾ ਜਾਂਦਾ ਵੀ ਇਹ ਅੱਤਵਾਦੀ ਨੇ, ਅੱਤਵਾਦੀ ਨਾਂ ਦਿੱਤਾ ਜਾਂਦਾ ਵਾ, ਕੀ ਕਹਿਣਾ ਤੁਹਾਡਾ? ਅੱਤਵਾਦੀ ਜੇ ਚੰਗੇ ਕੰਮ ਕਰਨੇ ਆ ਤੇ ਅੱਤਵਾਦੀ ਆ, ਜੇ ਕਿਸੇ ਨੂੰ ਅਮਰ ਛਕਾਉਣਾ ਤੇ ਅੱਤਵਾਦੀ। ਸੰਤ ਜਰਨੈਲ ਸੋਹਣਾ ਦੇ ਬਚਨ ਹੁੰਦੇ ਸੀ, ਆਂਦੇ ਗੁਰਬਾਣੀ ਦੇ ਧਾਰਨੀ ਬਣਾਉਣਾ ਤੇ ਇਹ ਅੱਤਵਾਦੀ ਤਾਂ ਅਸੀਂ ਅੱਤਵਾਦੀ ਹੈਗੇ ਜੀ। ਸਾਨੂੰ ਜਿਹੜੇ ਮਰਜ਼ੀ ਖਿਤਾਬ ਦੇਣ, ਸਾਨੂੰ ਗੁਰੂ ਨੇ ਖਿਤਾਬ ਦਿੱਤਾ। ਗੁਰੂ ਨੇ ਸਿੰਘ ਨਾਮ ਸ਼ੇਰ ਦਾ, ਤੁਸੀਂ ਕਿਸੇ ਵੀ ਕਿਸੇ ਇੱਕ ਦੂਜੀ ਭਾਸ਼ਾ ਦਾ ਨਾਮ ਆ ਸਿੰਘ, ਉਹਨੂੰ ਸਿੰਘ ਨੂੰ ਇੱਕ ਸ਼ੇਰ ਕਹਿੰਦੇ ਆ। ਤੇ ਐਵੇਂ ਨਹੀਂ ਸੀ ਰੱਖਿਆ ਗਿਆ, ਤੇ ਐਵੇਂ ਇਹ ਚੀਜ਼ ਝੁਠਲਾਈ ਨਹੀਂ ਜਾ ਸਕਦੀ। 1.25 ਲੱਖ ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। 1.25 ਲੱਖ ਨਾਲ ਲੜਿਆ ਵਾ, ਇਹ ਸਾਡੇ ਪਾਣੀ ਹਰ ਗਈ। ਇਸੇ ਕਰਕੇ ਇਹ ਜਿਹੜੀਆਂ ਚੀਜ਼ਾਂ ਵਾ ਇਹ ਸਾਡੇ ਸਿੱਖ ਲਈ ਆਮ ਚੀਜ਼ਾਂ ਵਾ। ਇਹ ਕਿਉਂਕਿ ਜੰਮ ਦੀਆਂ ਜ਼ਮੀਰਾਂ ਵਾਲੇ ਜਿਹੜੇ ਹੁੰਦੇ ਆ ਉਹਨਾਂ ਦੇ ਉੱਤੇ ਪਹਾੜ ਪੈਂਦੀ ਜੇ, ਮਰੇ ਹੋਏ ਇਨਸਾਨਾਂ ਤੇ ਪਹਾੜ ਨਹੀਂ ਜੇ ਪੈਂਦੀ ਹੁੰਦੀ। ਇਸੇ ਕਰਕੇ ਇਹ ਕੋਈ ਵੱਡੀ ਗੱਲ ਨਹੀਂ ਆ, ਇਹ ਮੂੰਹ ਤੋਂ ਜਵਾਬ ਮਿਲਣਾ ਹੀ ਮਿਲਣਾ ਇਹਨੂੰ। ਗੱਲ ਕਰੀਏ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ, ਜਦੋਂ ਕਿਤੇ ਪੰਜਾਬ ਤੇ ਪੀੜ ਪੈਂਦੀ ਆ, ਪੰਜਾਬ ਤੇ ਮੁਸੀਬਤ ਪੈਂਦੀ ਆ, ਸਾਡੇ ਜਿਹੜੇ ਸਿੱਖ ਵੀਰ ਨੇ ਅੱਗੇ ਵੱਧ ਚੜ ਕੇ ਜਿਹੜਾ ਪਹੁੰਚਦੇ ਨੇ। ਚਾਹੇ ਬਾਬਾ ਜੀ ਦਾ ਜਿਹੜਾ ਲੰਗਰ ਵਰਤਾਇਆ ਗਿਆ ਸੀ, 13 ਲੰਗਰ ਸ਼ੁਰੂਆਤ ਕੀਤੀ ਗਈ ਸੀ, ਅੱਜ ਵੀ ਜਿਹੜੀ ਲੰਗਰ ਦੀ ਜਿਹੜੀ ਰੀਤ ਆ ਚੱਲ ਰਹੀ ਆ। ਸਾਡੇ ਜਿਹੜੇ ਇੱਥੇ ਕਿਸਾਨ ਭਾਈਚਾਰਾ ਨੇ ਬੜੇ ਲੰਬੇ ਸਮੇਂ ਤੋਂ ਜਿਹੜੇ ਕਿਸਾਨਾਂ ਜਿਹੜੇ ਸਰਕਾਰਾਂ ਦੇ ਵਿਰੋਧ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਪਰ ਗੱਲ ਕਰੀਏ ਇਹ ਜਿਹੜੇ ਕਿਸਾਨ ਵੀਰ ਨੇ ਇਹ 100 ਕਿੱਲੇ ਦੇ ਮਾਲਕ ਨੇ, ਕਰੋੜਾਂਪਤੀ ਬੰਦੇ ਨੇ, ਤੇ ਪਰ ਅੱਜ ਵੀ ਜਿਹੜੀ ਸਰਕਾਰਾਂ ਦੇ ਜਿਹੜੇ ਤਾਨਾਸ਼ਾਹੀ ਜਿਹੜਾ ਇਹਨਾਂ ਦਾ ਬਿਆਨ ਦਰਜ ਕੀਤਾ ਵਾ, ਉਹਨਾਂ ਵੱਲੋਂ ਜਿਹੜਾ ਅੱਜ ਵੀ ਇਹ ਸੜਕਾਂ ਤੇ ਰੋਣ ਨੂੰ ਮਜਬੂਰ ਕਰ ਦਿੱਤਾ ਗਿਆ ਵਾ। ਪਰ ਗੱਲ ਕਰੀਏ ਪੰਜਾਬੀਆਂ ਦੀ, ਜਦੋਂ ਵੀ ਸਰਕਾਰਾਂ ਅਜਿਹੀਆਂ ਸਾਡੇ ਪੰਜਾਬ ਨਾਲ ਵਿਤਕਰਾ ਕਰਦੀ ਹੈ, ਪੰਜਾਬੀਆਂ ਨਾਲ ਵਿਤਕਰਾ ਕਰਦੀ ਹੈ, ਚਾਹੇ ਜੰਮੂ ਵਿੱਚ ਸਾਡੀ ਪੰਜਾਬੀ ਭਾਸ਼ਾ ਬੰਦ ਕਰ ਦਿੱਤੀ ਗਈ, ਰਾਜਸਥਾਨ 'ਚ ਪੰਜਾਬੀ ਭਾਸ਼ਾ ਬੰਦ ਕਰਦੀ ਹੈ, ਪੰਜਾਬੀਆਂ ਨਾਲ ਹੀ ਕਿਉਂ ਸਰਕਾਰ ਜਿਹੜੀ ਇਹ ਵਿਰੋਧ ਕਰ ਰਹੀ ਹੈ? ਵੇਖੋ ਜੀ 1984 ਵੇਲੇ ਜੋ ਕੁਛ ਹੋਇਆ, 1984 ਦੇ ਵਿੱਚ ਦਲੀਲ ਨਾਲ ਜੇ ਗੱਲ ਕਰੀ ਦੀ ਅਗਲੇ ਬੇਦਲੀਲੇ ਹੋ ਜਾਂਦੇ। ਜਦੋਂ ਬੰਦਾ ਬੇਦਲੀਲਾ ਹੋ ਜਾਏ ਉਹ ਫਿਰ ਕੀ ਨਾਂ ਦਾ ਹਾਵੀ ਹੋ ਜਾਂਦਾ ਅਗਲੇ ਤੇ, ਉਹ ਫਿਰ ਹਮਲਾ ਕਰਨਾ ਚਾਹੁੰਦਾ। ਇੱਕ ਵਾਰੀ ਹਮਲਾ ਤੇ ਕਰਨ, ਇੱਕ ਵਾਰੀ ਸਿੱਖ ਕੌਮ ਜਵਾਬ ਦੇਣ ਲਈ ਹਰ ਵਕਤ ਤਿਆਰ ਹੁੰਦੀ ਆ ਤਾਂ ਗਾਂ ਵੀ ਤਿਆਰ ਹੋਏਗੀ। ਇਸੇ ਕਰਕੇ ਇਹਨਾਂ ਨੂੰ ਸਾਨੂੰ ਜ਼ਿਆਦਾ ਜਵਾਬ ਦੇਣ ਦੀ ਲੋੜ ਨਹੀਂ, ਕਿਉਂਕਿ ਚੰਨ ਚੜਿਆ ਹਰ ਕਿਸੇ ਨੂੰ ਵੇਖਦਾ ਹੁੰਦਾ। ਇਸੇ ਕਰਕੇ ਜਿਹੜੀਆਂ ਕੌਮਾਂ ਦੇ ਸ਼ਹੀਦ, ਜਿਹੜੀਆਂ ਕੌਮਾਂ ਦੇ ਸ਼ਹੀਦਾਂ ਕਰਕੇ ਕੌਮਾਂ ਅੱਗੇ ਵਧੀਆਂ ਹੋਣ, ਉਹ ਉਸ ਕੌਮ ਨੂੰ ਕਦੀ ਕੋਈ ਢਾਹ ਨਹੀਂ ਲਾ ਸਕਦਾ। ਇਸੇ ਕਰਕੇ ਇਹਨਾਂ ਨੂੰ ਜਵਾਬ ਦੇਣ ਦੀ ਸਾਨੂੰ ਲੋੜ ਨਹੀਂ, ਕਿਉਂਕਿ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਹੀ ਨਹੀਂ। ਸਾਨੂੰ ਸੰਤ ਜਰਨੈਲ ਸੋਹਣੀ ਆਉਂਦੇ ਹੁੰਦੇ ਸੀ ਕਿ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਥੋੜ੍ਹੀ ਚਾਹੀਦੇ, ਇਹਨਾਂ ਤੋਂ ਸਾਨੂੰ ਸਰਟੀਫਿਕੇਟ ਗੁਰੂ ਤੋਂ ਚਾਹੀਦੇ। ਇਸੇ ਕਰਕੇ ਇਹ ਕੋਈ ਵੱਡੀ ਗੱਲ ਨਹੀਂ ਹੈ, ਇਹ ਤਾਂ ਮੂੰਹ ਤੋੜ ਜਵਾਬ ਮਿਲਣਾ ਹੀ ਮਿਲਣਾ ਇਹਨਾਂ। ਮੋਦੀ ਸਰਕਾਰ ਨੇ ਕਿਹਾ ਵੀ ਜਿਹੜਾ ਕਿਸਾਨਾਂ ਵਾਸਤੇ ਜਿਹੜਾ ਬਿੱਲ ਆ ਬਹੁਤ ਹਿੱਤ 'ਚ ਆ, ਕਿਸਾਨਾਂ ਵਾਸਤੇ ਚੰਗਾ ਵਾ, ਪਰ ਸਿਆਸਤ ਹੋ ਰਹੀ ਹੈ ਕਿਤੇ ਕਿਤੇ। ਵੱਖ-ਵੱਖ ਜਥੇਬੰਦੀਆਂ, ਪਾਰਟੀਆਂ ਜਿਹੜੀਆਂ ਸਿਆਸੀ ਆ ਰਹੀਆਂ ਇੱਕੋ ਝੰਡੇ ਥੱਲੇ ਨੇ, ਪਰ ਝੰਡੇ ਉਹਨਾਂ ਦੇ ਵੱਖਰੇ ਨੇ, ਇੱਕ ਦੂਜੇ ਦੇ ਚਿੱਕਰ ਛੁੱਟ ਰਹੀਆਂ ਨੇ, ਕਲਾਕਾਰ ਵੀ ਵਿੱਚ ਆ ਰਹੇ ਨੇ। ਕੀ ਲੱਗਦਾ ਵੀ ਕਿਸਾਨਾਂ ਦੇ ਹਿੱਤ 'ਚ ਆ, ਕਿਸਾਨਾਂ ਦੇ ਸਮਰਥਨ 'ਚ ਆ ਕਿ ਜਾਂ ਸਿਆਸਤ ਹੋ ਰਹੀ ਆ? ਵੇਖੋ ਜੀ 5 ਉਂਗਲਾਂ ਹੁੰਦੀਆਂ ਇੱਕ ਹੱਥ ਦੀਆਂ, 5 ਉਂਗਲਾਂ ਇੱਕ ਬਰਾਬਰ ਦੀਆਂ ਨਹੀਂ ਹੁੰਦੀਆਂ। ਕੋਈ ਕਿਸੇ ਤਰੀਕੇ ਦਾ ਐਫਰਟ ਕਰਨ ਦਿਆ, ਕੋਈ ਕਿਸੇ ਤਰੀਕੇ ਦਾ ਐਫਰਟ ਕਰਨ ਦਿਆ। ਇਸੇ ਕਰਕੇ ਇਹ ਐਫਰਟ ਜਿਹੜਾ ਵਾ ਇਹ ਇੱਕ ਜਗ੍ਹਾ ਦੇ ਉੱਤੇ ਆ ਕੇ, ਜਿਸ ਤਰ੍ਹਾਂ ਇੱਕ ਤੁਸੀਂ ਲਾ ਲਓ ਬਾਬਾ ਬਿਧੀ ਚੰਦੀਏ ਆ, ਇੱਕ ਤਰਨਾ ਦਲ ਵਾਲੇ ਆ, ਇੱਕ ਸ਼੍ਰੋਮਣੀ ਕਮੇਟੀ ਮੈਂਬਰ ਆ, ਇੱਕ ਟਕਸਾਲੀਏ ਆ, ਪਰ ਮੋਟਿਵ ਤੇ ਇੱਕ ਆ ਨਾ, ਮੋਟਿਵ ਇੱਕ ਹੈਗਾ।
ਇਸੇ ਕਰਕੇ ਇਹਨਾਂ ਸਾਰਿਆਂ ਦਾ ਮੋਟਿਵ ਇੱਕ ਚਾਹੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਚੱਲ ਕੇ ਚਾਹੇ ਸਿੰਗਰ ਲੱਗੇ ਆ, ਚਾਹੇ ਕਿਸਾਨ ਜਥੇਬੰਦੀਆਂ ਲੱਗੀਆਂ ਵਾ, ਚਾਹੇ ਕੀ ਨਾ ਕੋਈ NGOs ਲੱਗੀਆਂ ਵਾ, ਪਰ ਮੋਟਿਵ ਇੱਕ ਹੈਗਾ ਉਹਨਾਂ ਦਾ। ਉਸ ਮੋਟਿਵ ਨੂੰ ਪੂਰੇ ਕਰਦੇ ਆਪਣੇ ਆਪਣੇ ਮੁਕਾਮ ਤੇ ਪਹੁੰਚਣਗੇ। ਬਾਕੀ ਮੈਂ ਖਿਮਾ ਚਾਹੁੰਦਾ ਕਿ ਜੇ ਮੇਰੇ ਕੋਲ ਜ਼ਿਆਦਾਤਰ ਕੁਝ ਬੁਲਾਇਆ ਨਾ ਜਾਵੇ, ਤਾਂ ਕਰਕੇ ਕਿ ਮੈਂ ਅਗਲੇ ਪਾਸੇ ਸੇਵਾਵਾਂ ਕਰਨੀਆਂ ਜਾ ਕੇ ਸੇਵਾਵਾਂ ਕਰਕੇ ਵੀ ਬੇਨਤੀ ਆ ਵੀ ਕਿ ਲੱਗਦਾ ਵੀ ਹੁਣੇ ਥੋੜ੍ਹੇ ਚਿਰ ਪਹਿਲਾਂ ਸਮਾਂ ਪਹਿਲਾਂ ਆਪਣਾ ਜਿਹੜੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਵਾ, ਠੀਕ ਆ, ਕਿ ਲੱਗਦਾ ਅਸੀਂ ਅੱਜ ਆਜ਼ਾਦ ਹੋ ਗਏ ਆ, ਕਿ ਲੱਗਦਾ ਸਾਡੇ ਵਿੱਚੋਂ ਨੌਜਵਾਨਾਂ ਨੂੰ ਫਿਰ ਭਗਤ ਸਿੰਘ ਬਣਨਾ ਪਊਗਾ, ਆਪਣੇ ਹੱਕ ਲਈ ਆਪਣੇ ਰੱਖਿਆ ਆਪਾਂ ਨੂੰ ਡਟਣਾ ਪਊਗਾ ਆਪਣੇ ਹੱਕ ਲੈਣ ਵਾਸਤੇ, ਕਿਉਂ ਸਾਡੇ ਜਿਹੜੇ ਭਾਈਚਾਰਾ ਨੇ ਅੱਜ ਸੜਕਾਂ 'ਤੇ ਆਪਣਾ ਹੱਕ ਲੈਣ ਲਈ ਮਜਬੂਰ ਹੋ ਗਏ ਨੇ। ਕਿ ਲੱਗਦਾ ਅਸੀਂ ਆਜ਼ਾਦ ਹੋ ਗਏ ਆ, ਅਸੀਂ ਆਜ਼ਾਦ ਹਿੰਦ ਦੇ ਦੇਸ਼ ਦੇ ਵਾਸੀ ਆ। ਵੇਖੋ ਜੀ, ਭਗਤ ਸਿੰਘ ਦੀ ਤੁਸੀਂ ਗੱਲ ਕੀਤੀ ਆ, ਇਸ ਵਕਤ ਜਿੰਨੇ ਵੀ ਆ ਟਰੈਕ ਤੇ ਬੈਠੇ ਆ, ਇਹ ਵੱਖਰੇ ਵੱਖਰੇ ਧਰਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਸੂਬਿਆਂ ਦੇ ਵਿੱਚ ਬੈਠੇ ਆ। ਇਹ ਭਗਤ ਸਿੰਘ ਨਹੀਂ ਆ, ਇਹ ਭਗਤ ਸਿੰਘ ਦੇ ਲਈ ਤਾਂ ਨਹੀਂ ਚੱਲਣਦੇ। ਇਹ ਅਸਲੀ ਭਗਤ ਸਿੰਘ ਦੇ ਵਾਰਸ ਤੇ ਇਹ ਆ ਜਿਹੜੇ ਵੇਖੋ ਤੁਸੀਂ 20 ਦਿਨ 25 ਦਿਨ ਹੋ ਗਏ ਆ, ਅੱਜ ਤੱਕ ਉਹ ਟਸ ਤੋਂ ਮਸ ਨਹੀਂ ਹੋਏ, ਤੇ ਗਾਂ ਵੀ ਟਸ ਤੋਂ ਮਸ ਨਹੀਂ ਨੇ। ਕਿਉਂਕਿ ਅਸਲੀ ਜਿਹੜਾ ਕਿਸਾਨ ਆ, ਜਿਹੜਾ ਪੰਜਾਬੀ ਆ, ਜਿਹੜਾ ਜੱਟ ਵਾ, ਜਿਹੜਾ ਕਿਸੇ ਵੀ ਕੌਮ ਨੂੰ ਬਿਲੋਂਗ ਕਰਦਾ ਹੋਵੇ ਪੰਜਾਬ ਦਾ, ਉਹ ਇੱਕ ਦ੍ਰਿੜ ਵਿਸ਼ਵਾਸੀ ਹੁੰਦਾ ਜੇ। ਇਸ ਦ੍ਰਿੜ ਵਿਸ਼ਵਾਸੀ ਨੂੰ ਕਦੀ ਵੀ ਇਹ ਝੁਠਲਾ ਨਹੀਂ ਸਕਦੇ, ਕਿਉਂਕਿ ਹਰ ਇੱਕ ਦੇ ਵਿੱਚ ਇੱਕੋ ਇੱਕ ਚੀਜ਼ ਬੋਲਦੀ ਆ ਕਿ ਮੈਂ ਭਗਤ ਸਿੰਘ ਵਰਗਾ ਬਣਨਾ। ਤੇ ਉਹ ਸਾਹਮਣੇ ਸਾਨੂੰ ਪੰਜਾਬ ਦੇ ਵਿੱਚ ਸਾਰੇ ਵਿੱਚ ਵੇਖਿਆ ਕਿ ਭਗਤ ਸਿੰਘ ਦੀ ਜਿਹੜੀਆਂ ਲੀਹਾਂ ਤੇ ਜਿਹੜੇ ਚੱਲਦੇ ਸੀ, ਉਹ ਇਸ ਵਕਤ ਜਿਹੜੇ ਜਥੇਬੰਦੀਆਂ ਦੇ ਰੂਪ ਦੇ ਵਿੱਚ, ਕਿਸਾਨ ਜਥੇਬੰਦੀਆਂ ਦੇ ਰੂਪ ਦੇ ਵਿੱਚ ਲੈਣਾਂ ਦੇ ਉੱਤੇ ਜਾਂ ਟੋਲ ਟੈਕਸਾਂ ਦੇ ਜਾਂ ਸੜਕਾਂ ਦੇ ਉੱਤੇ ਬੈਠੇ ਆ, ਉਹ ਉਹਨਾਂ ਦੀਆਂ ਜਿਹੜੀਆਂ ਵੀ ਪੂਰਨਿਆਂ ਤੇ ਚੱਲਦੇ ਆ, ਤੇ ਉਸ ਤੁਹਾਨੂੰ ਸਾਹਮਣੇ ਵੇਖ ਰਿਹਾ ਕਿ ਭਗਤ ਸਿੰਘ ਦੇ ਪੂਰਨਿਆਂ ਤੇ ਚੱਲ ਰਹੇ ਆ। ਇਹ ਮੈਨੂੰ ਲੱਗਦਾ ਵੀ ਵੱਡੇ ਤਾਦਾਦ ਵਿੱਚ ਇੱਥੇ ਸਾਡੀਆਂ ਮਾਤਾਵਾਂ ਨਾਲ ਵੀ, ਭੈਣਾਂ ਵੀ ਨੇ, ਵੱਡੇ ਤਾਦਾਦ ਸਾਡੇ ਬਜ਼ੁਰਗ ਵੀ ਨੇ, ਪਰ ਨੌਜਵਾਨ ਬਹੁਤ ਘੱਟ ਦੇ ਦਿਖਾਈ ਦੇ ਰਹੇ ਨੇ। ਕਿ ਲੱਗਦਾ ਨੌਜਵਾਨਾਂ ਨੂੰ ਪ੍ਰੇਰਿਤ ਹੋਣਾ ਪੈਣਾ, ਹਜੇ ਡਟ ਕੇ ਆਪਾਂ ਨੂੰ ਮੁਕਾਬਲਾ ਕਰਨਾ ਪੈਣਾ ਮੋਦੀ ਸਰਕਾਰ ਦੇ ਨਾਲ। ਦਿੱਲੀ ਤੱਕ ਜਿਹੜੀ ਇੱਟ ਦੀ ਇੱਟ ਖੜਕਾਉਣੀ ਪਊਗੀ। ਇੱਕ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਪਰ ਕਾਮ ਸਭ ਚੀਤ ਨਿਰੰਜਨ ਨਾਲ। ਆਂਦੇ ਹੱਥਾਂ ਪੈਰਾਂ ਨਾਲ ਤੁਸੀਂ ਕੰਮ ਕਰਨੇ। ਇਸੇ ਕਰਕੇ ਇਹਨਾਂ ਨੇ ਹੱਥ ਪੈਰ ਜਿਹੜੇ ਦਿੱਤੇ, ਉਹ ਨੌਜਵਾਨਾਂ ਨੂੰ ਹੱਥ ਪੈਰ ਦੇ ਦਿੱਤੇ ਆ, ਤੇ ਆਪ ਲੈਣਾ ਤੇ ਆ ਗਏ। ਹੱਥ ਪੈਰ ਉਹਨਾਂ ਦੇ ਕਿਹੜੇ ਆ? ਉਹਨਾਂ ਦੇ ਬੱਚੇ। ਉਹਨਾਂ ਬੱਚੇ ਨੇ ਆਖਿਆ ਕਿ ਤੁਸੀਂ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਜਿਹੜੀ ਵੀ ਕੀ ਨਾਂ ਦਾ ਤੁਸੀਂ ਕੰਮ ਕਰਦੇ ਹੋ ਕੰਮ ਕਰੋ, ਅਸੀਂ ਡਟੇ ਆ, ਤੁਸੀਂ ਸਾਡੇ ਪਿੱਛੇ ਕੀ ਨਾ ਬੈਠੇ। ਇਸੇ ਕਰਕੇ ਕਿਉਂਕਿ ਸਾਰਿਆਂ ਘਰਾਂ ਦੇ ਵਿੱਚ ਜੇ ਕੋਈ ਕਮਾਵਾਂਗੇ ਤਾਂ ਖਾਵਾਂਗੇ। ਇਸੇ ਕਰਕੇ ਜਿਹੜੇ ਜੇ 10 ਜੀ ਆ ਘਰ ਦੇ 5 ਜੀ, ਉਹਨਾਂ ਵਿੱਚ 2 ਜਿਹੜੇ ਲੈਣਾ ਤੇ ਬੈਠੇ, ਜੇ 3 ਜਣੇ ਆ, 1-2 ਬੀਬੀਆਂ ਘਰ ਤੇ 1 ਬੰਦਾ ਨਾਲ ਦੁਕਾਨ ਤੇ ਜਾਂ ਵਾਹੀ ਕਰਨ ਦੇ ਆ ਜੀ। ਇਸੇ ਤਰੀਕੇ ਨਾਲ ਨੌਜਵਾਨ ਵੀ ਨਾਲ ਜੇ ਤੇ ਬਜ਼ੁਰਗ ਵੀ ਨਾਲ ਜੇ, ਬੱਚਾ ਵੀ ਨਾਲ ਜੇ ਤੇ ਬੁੱਢੀ ਵੀ ਨਾਲ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਸ ਨਾਲ ਗੱਲਬਾਤ ਕੀਤੀ ਹਿੰਮਤ NGO ਦੇ ਜਿਹੜੇ ਮੇਨ ਉਹਨਾਂ ਦੇ ਹੋਰ ਸਾਡੇ ਨਾਲ ਮੈਂਬਰ ਵੀ ਸਾਡੇ ਨਾਲ ਨੇ, ਸਰਦਾਰ, ਉਹਨਾਂ ਨਾਲ ਗੱਲ ਕਰਦੇ ਹਾਂ। ਸਰਦਾਰ ਜੀ, ਕੀ ਕਹਿਣਾ ਚਾਹੁੰਦੇ ਹੋ? ਸਾਡੀ ਮੋਦੀ ਸਰਕਾਰ ਜਿਹੜੀ ਆ, ਉਹ ਕਹਿੰਦੀ ਵੀ ਕਿਸਾਨਾਂ ਦੇ ਹੱਕ 'ਚ ਬਿੱਲ ਆ, ਉਹਨਾਂ ਦੇ ਫਾਇਦੇਮੰਦ ਆ, ਸਾਡੇ ਜਿਹੜੇ ਭਾਜਪਾ ਦੇ ਵਰਕਰ ਆ ਘਰ ਜਾ ਕੇ ਸਮਝਾਉਣਗੇ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਹਰਜੀਤ ਸਿੰਘ ਔਜਲਾ, ਪਿੰਡ ਜੱਬੋਵਾਲ, ਲੇਕਿਨ ਰਿਹਾਇਸ਼ ਸਾਡੀ ਸਾਰੇ ਪਰਿਵਾਰ ਦੀ ਅੰਮ੍ਰਿਤਸਰ ਆ ਸਾਰਾ ਇਲਾਕਾ ਜਿਹੜਾ ਕਿ ਨਹੀਂ, ਸਾਡੇ ਭੈਣ ਭਰਾ ਇੱਥੇ ਆਏ ਹੈਗੇ ਆ। ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਮੇਰੇ ਬਜ਼ੁਰਗ ਇੱਥੇ ਆਏ ਹੈਗੇ ਆ, ਮੈਂ ਉਹਨਾਂ ਦਾ ਰਹਿਣੀ ਆ, ਉਹਨਾਂ ਦੇ ਮੈਂ ਕਦਮ ਪੈਰ ਜਿਹੜੇ ਆ ਝੁੰਮਦੇ ਆ ਵੀ ਬਜ਼ੁਰਗ ਜਿੰਨੇ ਵੀ ਸਾਡੇ ਆਏ ਆ ਜੱਟ ਭਰਾ, ਉਹ ਇਸ ਸੰਘਰਸ਼ ਦੇ ਵਿੱਚ ਆਏ ਹੈਗੇ ਆ। ਬਾਕੀ ਜਿਹੜੇ ਨੌਜਵਾਨ ਆਏ ਹੈਗੇ ਆ, ਨੌਜਵਾਨ ਇਹ ਲਹਿਰ ਦੇ ਵਿੱਚ ਲੱਗੇ ਹੈਗੇ ਆ। ਇਹ ਮਹਾਂਪੁਰਖਾਂ ਦਾ ਵਚਨ ਹੀ ਵੀ ਸੈਂਟਰ ਨੂੰ ਉਦੋਂ ਹੀ ਕਹਿੰਦੇ ਸੀ ਸੰਤ ਬਾਬਾ ਜਰਨੈਲ ਸਿੰਘ, ਭਈ ਜੋ ਸਾਡੇ ਹੱਕ ਆ, ਸਾਡੇ ਬਜ਼ੁਰਗਾਂ ਦੇ, ਸਾਡੇ ਜੱਟਾਂ ਦੇ, ਸਾਡੇ ਪਾਣੀ ਦੇ, ਸਾਡੇ ਹੋਰ ਜਿਹੜੇ ਵੀ ਜਿੰਨੇ ਵੀ ਹੱਕ ਹੈਗੇ ਸਾਡੇ ਦਿਓ। ਲੇਕਿਨ ਉਦੋਂ ਵੀ ਇਹਨਾਂ ਨੇ ਦਬਾਤਾ। ਇਹ ਸਤਿਗੁਰਾਂ ਦਾ ਕੋਈ ਕ੍ਰਿਸ਼ਮਾ ਹੀ ਹੋਇਆ ਕਿ ਜੇ ਮੋਦੀ ਨੇ ਜਿਹੜਾ ਇਹ ਕੰਮ ਕੀਤਾ, ਉਹਦੇ ਵਿੱਚ ਇਹ ਜੋ ਵੀ ਨੌਜਵਾਨ ਇਸ ਵੇਲੇ ਪੰਜਾਬ ਦੇ ਸਾਰੇ ਸੜਕਾਂ ਤੇ ਆਏ ਆ, ਰੇਲਾਂ ਰੋਕੀਆਂ, ਬੱਸਾਂ ਰੋਕੀਆਂ, ਇੱਥੋਂ ਤੱਕ ਕਿ ਹਵਾਈ ਜਹਾਜ਼ ਵੀ ਸਾਰੇ ਰੁਕ ਚੁੱਕੇ ਹੈਗੇ ਆ। ਉਹ ਵੀ ਸਤਿਗੁਰਾਂ ਨੇ ਕਿਰਪਾ ਕਰਤੀ ਹੈਗੀ ਆ। ਇਸ ਕਰਕੇ ਜੋ ਮੋਦੀ ਦਾ ਕਹਿਣਾ ਵਾ ਵੀ ਮੈਂ ਇਹ ਬਿੱਲ ਲਾਗੂ ਕਰਦੇ ਆ, ਇਹ ਸਾਡੇ ਸਿੱਖ ਸਾਡੇ ਜਿਹੜੇ ਜ਼ਿਮੀਂਦਾਰ ਵੀਰ ਉਹਨਾਂ ਦੇ ਮਤਲਬ ਦਾ ਬਿਲਕੁਲ ਨਹੀਂ ਹੈਗਾ। ਇਹ ਬਿਲਕੁਲ ਮਤਲਬ ਕਿ ਉਹਨਾਂ ਦੇ ਬਰਖਲਾਫ ਸਾਡੇ ਜਿਹੜੇ ਆਪਣਾ ਸਾਡੇ ਭਰਾ ਵਾ। ਇਸ ਕਰਕੇ ਗੱਲ ਹੈਗੀ ਆ, ਜ਼ਿਮੀਂਦਾਰਾਂ ਦਾ ਇਲਾਕੇ ਤੋੜ ਡਿਆ ਹੈਗਾ ਵਾ। ਅਸੀਂ ਇਹੋ ਗੱਲ ਕਹਿੰਦੇ ਹੈਗੇ ਵੀ ਨੌਜਵਾਨ ਹੁਣ ਜੇ ਸੜਕਾਂ ਤੇ ਆ ਗਏ ਆ, ਇਹ ਨੌਜਵਾਨ ਜਿਹੜੇ ਹੈਗੇ ਆ, ਇਹ ਜਿਹੜਾ ਸੰਘਰਸ਼ ਆ ਇਹਨੂੰ ਲੈ ਜਾਣਗੇ ਆਪਣਾ ਇੱਕ ਦਰਿਆ ਵਾਂਗੂ, ਇੱਕ ਸਮੁੰਦਰ ਦੀ ਲਹਿਰ ਵਾਂਗੂ ਲੈ ਜਾਣਗੇ। ਤੇ ਨੌਜਵਾਨ ਵੀਰਾਂ ਨੂੰ ਇਹੋ ਹੀ ਆ, ਸਭ ਤੋਂ ਜ਼ਿਆਦਾ ਸਾਡੀ ਨੌਜਵਾਨ ਜਿਹੜੀ ਸੰਸਥਾ ਹੈਗੀ ਆ ਹਿੰਮਤ NGO, ਉਹਦੇ ਵੱਲੋਂ
ਵੀ ਨੌਜਵਾਨੋ ਨਸ਼ੇ ਛੱਡ ਦਿਓ। ਅਸਲੀ ਨਸ਼ਾ ਹੈਗਾ ਜੇ ਸਤਿਗੁਰੂ ਦੀ ਬਾਣੀ ਦਾ, ਸਿਮਰਨ ਦਾ, ਅੰਮ੍ਰਿਤ ਵੇਲੇ ਦਾ। ਇਹ ਨਸ਼ਾ ਤਿਆਗ ਲਓ। ਆ ਜਿਹੜੇ ਬਜ਼ੁਰਗ ਆ ਜਿਹੜੇ ਵਿਚਾਰੇ ਬੋਲਣ ਦੇ ਹੈਗੇ ਆ ਸਾਡੇ, ਹਾਂਜੀ ਕੋਈ 17 ਸਾਲਾਂ ਦਾ, ਕੋਈ 80 ਸਾਲਾਂ ਦਾ, ਕਿਸੇ ਦੀ 90 ਕਿੱਲੇ ਜ਼ਮੀਨ ਆ ਤੇ ਕਿਸੇ ਦੀ 100 ਕਿੱਲੇ ਜ਼ਮੀਨ ਆ ਤੇ ਕਿਸੇ ਦੀ 50 ਕਿੱਲੇ ਜ਼ਮੀਨ ਆ। ਲੱਗਦਾ 90 ਕਿੱਲੇ ਵਾਲਾ 100 ਕਿੱਲੇ ਵਾਲਾ ਜ਼ਮੀਨ ਵਾਲਾ ਜਿਹੜਾ ਮਾਲਕ ਆ, ਅੱਜ ਜਿਹੜੀਆਂ ਇੰਨੀ ਗਰਮੀ ਵਿੱਚ, ਇੰਨੇ ਮੱਛਰਾਂ ਵਿੱਚ ਜਿਹੜਾ ਵਾ ਪਟੜੀ ਤੇ ਜਿਹੜਾ ਸੌਣ ਨੂੰ ਮਜਬੂਰ ਕਰਤਾ ਸਰਕਾਰਾਂ ਨੇ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿੰਦੇ ਹੈਗੇ ਆ ਵੀ ਸਰਕਾਰ ਨੂੰ, ਮੋਦੀ ਨੂੰ ਇਹ ਜਿਹੜਾ ਬਿੱਲ ਵਾਪਸ ਲੈਣਾ ਚਾਹੀਦਾ। ਭਈ ਮੈਂ ਜੇ ਬਜ਼ੁਰਗ ਜਿਹੜੇ ਹੈਗੇ ਆ ਚਿੱਟੀਆਂ ਦਾੜੀਆਂ ਵਾਲੇ, ਕੋਈ 80 ਸਾਲਾਂ ਦਾ, ਕੋਈ 90 ਸਾਲਾਂ ਦਾ, ਕੋਈ 17 ਸਾਲਾਂ ਦਾ, ਇੰਨੇ ਮਤਲਬ ਕਿ ਮੌਸਮ ਦੇ ਵਿੱਚ ਉਹ ਦਿਨ ਰਾਤ ਸੜਕਾਂ ਦੇ ਉੱਪਰ, ਰੇਲਾਂ ਦੇ ਉੱਪਰ ਰਾਤ ਉਹ ਸੌਂ ਰਹੇ ਆ। ਉਹਨਾਂ ਦੇ ਬੱਚੇ ਵੀ ਘਰ ਹੈਗੇ ਆ, ਉਹਨਾਂ ਦਾ ਪਰਿਵਾਰ ਵੀ ਘਰ ਹੈਗਾ ਵਾ। ਜੋ ਇਹ ਆਪਣਾ ਇੱਕ ਕਰੋਨਾ ਦਾ ਜੋ ਚੱਲਣ ਡਿਆ ਵਾ, ਉਹਦਾ ਕਰਕੇ ਪਰਿਵਾਰਾਂ ਦੀ ਵੀ ਦੇਖ ਰੇਖ ਸਾਨੂੰ ਕਰਨੀ ਚਾਹੀਦੀ ਆ। ਇਹ ਕਰਕੇ ਮੋਦੀ ਨੂੰ ਇਹ ਬਿੱਲ ਆਪਣਾ ਵਾਪਸ ਲੈਣਾ ਚਾਹੀਦਾ ਹੈਗਾ ਵਾ। ਸਾਡੀ ਇਹੋ ਹੀ ਮਤਲਬ ਕਿ ਮੰਗ ਹੈਗੀ। ਬਹੁਤ ਬਹੁਤ ਧੰਨਵਾਦ ਜੀ। ਇਸੀ ਸਾਡਾ ਗੱਲਬਾਤ ਕੀਤੀ ਹਿੰਮਤ ਐਨਜੀਓ, ਜਿਹੜੀ ਕਿ ਨੌਜਵਾਨਾਂ ਦੀ ਜਿਹੜੀ ਐਨਜੀਓ ਆ, ਇੱਥੇ ਆ ਕੇ ਇਹਨਾਂ ਨੇ ਜਿਹੜੇ ਸਾਡੇ ਰੇਲਵੇ ਟਰੈਕ ਤੇ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ, ਸਾਡੇ ਕਿਸਾਨ ਬੈਠੇ ਨੇ, ਉਹਨਾਂ ਵਾਸਤੇ ਜਿਹੜਾ ਖਾਣ ਪੀਣ ਦਾ ਜਿਹੜਾ ਸਮਾਨ ਲੈ ਕੇ ਆਏ ਆ। ਅਤੇ ਉਹਨਾਂ ਕਿਹਾ ਵੀ ਜਦੋਂ ਵੀ ਸਾਡੇ ਪੰਜਾਬ ਤੇ ਕਿਤੇ ਭੀੜ ਪੈਂਦੀ ਆ, ਪੰਜਾਬੀ ਜਿਹੜੇ ਅੱਗੇ ਵੱਧ ਚੜ੍ਹ ਕੇ ਜਿਹੜਾ ਉਹ ਫਾਇਦਾ ਲੈਂਦੇ, ਲੋਕਾਂ ਦੀ ਸਹਾਇਤਾ ਕਰਦੇ, ਮਦਦ ਕਰਦੇ ਨੇ। ਇਹ ਤੇ ਸਾਡੇ ਆਪਣੇ ਪੰਜਾਬੀ ਭਾਈਚਾਰੇ ਨੇ, ਸਾਡੇ ਆਪਣੇ ਕਿਸਾਨ ਵੀਰ ਨੇ, ਸਾਡੇ ਜਿਹੜੇ ਆਪਣੇ ਅੰਨਦਾਤਾ ਨੇ। ਪਰ ਇੱਕ ਵਾਰੀ ਫਿਰ ਕਹੀਏ ਮੋਦੀ ਸਰਕਾਰ ਨੂੰ ਉਹਨਾਂ ਨੇ ਲਾਂਘਾਂ ਪਾਈਆਂ ਤੇ ਮੋਦੀ ਸਰਕਾਰ ਦੇ ਉਹਨਾਂ ਕਿਹਾ ਵੀ ਜਿੱਦਾਂ ਮਰਜ਼ੀ ਸਾਨੂੰ ਤੰਗ ਕਰ ਲੈ, ਮੋਦੀ ਸਰਕਾਰ ਨੂੰ ਆਪਣਾ ਜਿਹੜਾ ਬਿੱਲ ਉਹ ਵਾਪਸ ਲੈਣਾ ਹੀ ਪਏਗਾ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।